ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਲਈ ਇੱਕ ਵਾਰ ਫੇਰ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ। ਅੱਜ ਮੇਰੇ ਨਾਲ ਸਟੂਡੀਓ ਵਿੱਚ ਪਹੁੰਚੇ ਹੋਏ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਤੇ ਉਹਨਾਂ ਦੇ ਨਾਲ ਕੁਝ ਗੱਲਬਾਤ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵਾਂ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਸਿਮਰਤ ਸਾਹਿਬ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ, ਨਾਡੀ ਰਿਪੂ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਸਿਮਰਤ ਜੀ, ਥੈਂਕ ਯੂ ਮਨੂ ਜੀ, ਤੁਹਾਡਾ ਸਟੂਡੀਓ ਵਿੱਚ ਆਉਣ ਲਈ, ਤੇ ਜਿਹੜੇ ਆਪਣੇ ਤੁਸੀਂ ਹਮੇਸ਼ਾ ਵਧੀਆ ਵਿਚਾਰ ਤੇ ਨਵੀਆਂ ਜਿਹੜੀਆਂ ਇਮੀਗ੍ਰੇਸ਼ਨ ਟਿਪਸ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਹੋ। ਅੱਛਾ, ਅੱਜ ਆਪਾਂ ਸ਼ੁਰੂ ਕਰਦੇ ਹਾਂ ਜਿਹੜੇ 2 ਐਂਟਰੀ ਐਕਸਪ੍ਰੈਸ ਐਂਟਰੀ ਦੇ ਡਰਾਅ ਆਏ ਨੇ, ਉਸ ਤੋਂ ਸ਼ੁਰੂ ਕਰਦੇ ਹਾਂ ਵੀ ਕੀ ਉਹਦੇ ਵਿੱਚ ਕਿੰਨੇ ਸਕੋਰ ਤੇ ਗਏ ਨੇ ਤਾਂ ਕੀ ਹੈ, ਕਿਹਦੇ ਲਈ ਇਹ ਵਧੀਆ ਹੋ ਸਕਦਾ। ਸਿਮਰਤ ਜੀ, ਸਭ ਤੋਂ ਪਹਿਲਾਂ ਤਾਂ ਟਰਾਂਸਪੋਰਟੇਸ਼ਨ ਇੰਡਸਟਰੀ ਦਾ ਜਿਹੜਾ ਬੜੀ ਚਿਰ ਤੋਂ ਅਸੀਂ ਉਡੀਕ ਕਰਦੇ ਪਏ ਸੀਗੇ ਕਿ ਡਰਾਅਸ ਕਦੋਂ ਆਉਣਗੇ, ਡਰਾਅ ਆ ਰਿਹਾ ਨਹੀਂ ਆ ਰਿਹਾ। ਸੋ ਫਸਟ ਐਵਰ ਟਰਾਂਸਪੋਰਟੇਸ਼ਨ ਇੰਡਸਟਰੀ ਐਕਸਕਲੂਸਿਵ ਡਰਾਅ ਆਊਟ ਹੋਇਆ ਜੀ ਕੱਲ, ਐਂਡ 1000 ਇਨਵੀਟੇਸ਼ਨ ਦਿੱਤੇ ਗਏ ਨੇ। ਇਹ 435 ਦੇ ਸਕੋਰ ਤੇ ਕੱਟ ਆਫ ਗਿਆ ਹੈਗਾ ਜੀ। ਸੋ ਇਹਦੇ ਵਿੱਚ ਕੌਣ ਸੀਗਾ ਸਿਮਰਤ ਜੀ? ਇਹਦੇ ਸਭ ਤੋਂ ਪਹਿਲਾਂ ਤਾਂ ਟਰੱਕ ਡਰਾਈਵਰਸ, ਬਿਕੋਜ਼ ਅਸੀਂ ਬੜੀ ਚਿਰ ਤੋਂ ਟਰੱਕ ਡਰਾਈਵਰਸ ਦੀ ਵੇਟ ਕਰਦੇ ਪਏ ਸੀ, ਬਟ 435 ਸਕੋਰ ਲੈਣਾ ਟਰੱਕ ਡਰਾਈਵਰ ਵਾਸਤੇ ਆਸਾਨ ਨਹੀਂ ਹੈਗਾ। ਐਂਡ ਖਾਸ ਕਰ ਉਹ ਜਿਹੜਾ ਗ੍ਰੇਡ 12 ਤੋਂ ਬਾਅਦ ਇੱਥੇ ਟਰੱਕ ਚਲਾ ਰਿਹਾ ਜਾਂ ਵਰਕ ਪਰਮਿਟ ਤੇ ਕੰਮ ਕਰ ਰਿਹਾ, ਇਹ ਉਹਨਾਂ ਵਾਸਤੇ ਗੁੱਡ ਹੈਗਾ ਜਿਹੜੇ ਬੈਚਲਰਸ ਕਰਕੇ ਆਏ ਹੋਏ ਨੇ ਜਾਂ 1-2 ਸਾਲ ਦਾ ਐਕਸਪੀਰੀਅੰਸ ਲੈ ਕੇ ਆਏ ਹੋਏ ਨੇ। ਆਈਲੈਟ ਦਾ ਸਕੋਰ 6.5 ਦੇ ਆਸ-ਪਾਸ ਹੈਗਾ, ਉਹਨਾਂ ਦਾ 435 ਬਣਨਾ ਠੀਕ ਹੈਗਾ। ਸੋ ਉਹ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ ਇੱਥੇ ਗ੍ਰੇਡ 12 ਤੋਂ ਬਾਅਦ ਅਸੀਂ ਪੜ੍ਹਾਈ ਕੀਤੀ, ਆਈਲੈਟ ਦਾ ਸਕੋਰ ਅੱਛਾ ਹੈਗਾ ਆ, ਉਹ ਨਾਲੇ LMIA ਮਿਲ ਗਿਆ, ਉਹ 435 ਦੇ ਵਿੱਚ ਪਿਕ ਹੋ ਸਕਦੇ। ਅਦਰਵਾਈਜ਼ 435 ਵੀ ਟਰੱਕ ਡਰਾਈਵਰ ਦੇ ਵਿੱਚ ਸਕੋਰ ਬਣਨਾ ਇਟ ਇਜ਼ ਨਾਟ ਈਜ਼ੀ। ਉਸ ਤੋਂ ਇਲਾਵਾ ਸਿਮਰਤ ਜੀ, ਇਹਦੇ ਵਿੱਚ ਪਾਇਲਟਸ ਪਿਕ ਹੋਏ ਨੇ ਜੀ। ਅੱਛਾ ਜੀ। ਪਾਇਲਟਸ ਦੇ ਨਾਲ 에ਅਰ ਟ੍ਰੈਫਿਕ ਕੰਟਰੋਲਰਸ ਪਿਕ ਹੋਏ ਨੇ। ਪਲੇਨ ਅਸੈਂਬਲੀ ਦੇ ਵਿੱਚ ਜਿਹੜੇ ਇੰਸਪੈਕਟਰਸ ਹੁੰਦੇ ਨੇ, ਅਸੈਂਬਲਰਸ ਹੁੰਦੇ ਨੇ, ਟੈਕਨੀਸ਼ੀਅਨਸ ਹੁੰਦੇ ਨੇ, ਉਹ ਵੀ ਇਸ ਡਰਾਅ ਦੇ ਵਿੱਚ ਸੀਗੇ। ਮਰੀਨ ਇੰਜੀਨੀਅਰ ਜਿਹੜੇ ਨੇਵਲ ਸ਼ਿਪਸ ਤੇ ਕੰਮ ਕਰਦੇ ਨੇ, ਕਮਰਸ਼ੀਅਲ ਸ਼ਿਪਸ ਤੇ ਕੰਮ ਕਰਦੇ ਨੇ, ਡੈਕ ਕੈਡੇਟਸ ਹੈਗੇ ਨੇ, ਡੈਕ ਇੰਜੀਨੀਅਰਸ ਹੈਗੇ ਨੇ, ਉਹ ਪਿਕ ਹੋਏ ਨੇ ਇਹਦੇ ਵਿੱਚ। ਉਸ ਤੋਂ ਬਾਅਦ ਮਰੀਨ ਕੰਟਰੋਲਰਸ, ਟ੍ਰੈਫਿਕ ਕੰਟਰੋਲਰਸ, ਉਹ ਪਿਕ ਹੋਏ ਨੇ ਜੀ। ਰੇਲਵੇ ਟ੍ਰੈਫਿਕ ਕੰਟਰੋਲਰਸ ਪਿਕ ਹੋਏ ਨੇ। ਸੋ ਇਹ ਕੱਲਾ ਟਰੱਕ ਡਰਾਈਵਰਸ ਵਾਸਤੇ ਨਹੀਂ ਸੀਗਾ, ਇਹ ਪੂਰੀ ਟਰਾਂਸਪੋਰਟੇਸ਼ਨ ਇੰਡਸਟਰੀ ਨੂੰ ਲੈ ਕੇ ਸੀਗਾ। ਐਂਡ ਦਿਸ ਵਾਜ਼ ਅ ਵੈਰੀ ਅਮੇਜ਼ਿੰਗ ਡਰਾਅ। ਕਾਫੀ ਚਿਰ ਤੋਂ ਵੇਟ ਕਰਦੇ ਪਏ ਸੀਗੇ, ਬਟ ਇੱਕੋ ਹੀ ਚੀਜ਼ ਹੈਗੀ ਹੈ ਕਿ ਹੁਣ ਡਰਾਅ ਮੋਰ ਰੈਗੂਲਰਲੀ ਚਾਹੀਦੇ ਨੇ, ਬਿਕੋਜ਼ STEM ਦਾ ਵੀ ਡਰਾਅ ਆਊਟ ਹੋਇਆ, ਫ੍ਰੈਂਚ ਸਪੀਕਿੰਗ ਦੇ 2 ਆਊਟ ਹੋਏ, ਟ੍ਰੇਡ ਦਾ 1 ਆਊਟ ਹੋਇਆ, ਉਸ ਤੋਂ ਬਾਅਦ ਹੈਲਥ ਕੇਅਰ ਦਾ 1 ਡਰਾਅ ਆਊਟ ਹੋਇਆ। ਉਸ ਤੋਂ ਬਾਅਦ ਕੰਸਿਸਟੈਂਸੀ ਨਹੀਂ ਆ ਰਹੀ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਚਿਰ ਬਾਅਦ ਗਵਰਨਮੈਂਟ ਪਿਕ ਕਰੇਗੀ, ਤਾਂ ਕਿ ਐਪਲੀਕੈਂਟਸ ਉਸ ਤਰ੍ਹਾਂ ਤਿਆਰ ਹੋ ਜਾਣ ਡਰਾਅਸ ਵਾਸਤੇ। ਸੋ ਇੱਕ ਤਾਂ ਆਹ ਡਰਾਅ ਹੋ ਗਿਆ ਸਿਮਰਤ ਜੀ। ਉਸ ਤੋਂ ਬਾਅਦ ਦੂਸਰਾ ਜਿਹੜਾ ਡਰਾਅ ਪਿਕ ਹੋਇਆ ਜੀ, ਉਹ ਨੋ ਸਪੈਸੀਫਿਕ ਸਟਰੀਮ ਦਾ ਡਰਾਅ ਸੀਗਾ। ਠੀਕ ਹੈ। ਉਹ ਡਰਾਅ ਗਿਆ ਜੀ, 3200 ਇਨਵੀਟੇਸ਼ਨ ਉਹਦੇ ਤੇ ਦਿੱਤੇ ਗਏ ਨੇ, ਐਂਡ 531 ਦੇ ਸਕੋਰ ਦੇ ਉੱਤੇ ਉਹ ਡਰਾ ਆਊਟ ਹੋਇਆ। ਪਿਛਲਾ ਡਰਾ 15 ਅਗਸਤ ਨੂੰ ਜਿਹੜਾ ਗਿਆ ਸੀ 496 ਤੇ ਗਿਆ ਸੀ। ਸੋ ਆਹ 531 ਦੇ ਸਕੋਰ ਤੇ ਗਿਆ ਹੈਗਾ। ਸੋ ਆਹ ਚੀਜ਼ਾਂ ਹੋਈਆਂ ਜੀ, ਆਹ 2 ਡਰਾਜ਼ ਬੜੀ ਸੈਂਟਰ ਆਫ ਅਟਰੈਕਸ਼ਨ ਬਣੇ ਰਹੇ ਜੀ ਇਸ ਹਫਤੇ। ਠੀਕ ਹੈ ਜੀ। ਅੱਛਾ, ਆਪਾਂ ਹਮੇਸ਼ਾ ਹੀ ਹਰ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ, ਤੇ ਇਸ ਵਾਰੀ ਵੀ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਥੋੜੀ ਗੱਲ ਕਰਦੇ ਹਾਂ, ਖਾਸ ਕਰਕੇ ਕਿ ਜਿਹੜੇ ਸਟੂਡੈਂਟ ਇੱਥੇ +2 ਕਰਕੇ ਆਏ ਨੇ, ਤੇ ਜਾਂ ਜਿਹੜੇ ਸਟੂਡੈਂਟਾਂ ਦਾ ਆਪਾਂ ਕਿੱਥੋਂ ਸ਼ੁਰੂ ਕਰੀਏ, ਜਿਨ੍ਹਾਂ ਦਾ ਸਟੂਡੈਂਟਸ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ, ਜਾਂ ਜਿਹੜੇ +2 ਕਰਕੇ ਆਏ ਨੇ ਉਹਨਾਂ ਦੇ ਕੀ ਆਪਸ਼ਨ? ਸਿਮਰਤ ਜੀ, ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦਾ 2023 ਦੇ ਵਿੱਚ ਵਰਕ ਪਰਮਿਟ ਐਕਸਪਾਇਰ ਹੋ ਰਿਹਾ, ਜਨਵਰੀ ਤੋਂ ਲੈ ਕੇ ਦਸੰਬਰ ਤੱਕ ਜਿਹਦਾ ਵੀ ਐਕਸਪਾਇਰ ਹੋ ਰਿਹਾ ਸੀ, ਜੇ ਵੀ ਐਪਲੀਕੈਂਟ ਦਾ, ਉਹਨੂੰ 18 ਮਹੀਨਿਆਂ ਦੀ ਐਕਸਟੈਂਸ਼ਨਸ ਮਿਲ ਗਈਆਂ। ਹੁਣ 24 ਦੇ ਵਿੱਚ ਜਿਨ੍ਹਾਂ ਦਾ ਐਕਸਪਾਇਰ ਹੋ ਰਿਹਾ, ਉਹਨਾਂ ਵਾਸਤੇ ਕੋਈ ਵੀ ਹਲੇ ਅਪਡੇਟ ਨਹੀਂ ਹੈਗੀ, ਐਂਡ ਪਤਾ ਨਹੀਂ ਆਏਗੀ ਵੀ ਜਾਂ ਨਹੀਂ ਆਏਗੀ। ਐਂਡ ਇੱਕ ਚੀਜ਼ ਹੋਰ ਆ ਸਿਮਰਤ ਜੀ, ਅੱਜ ਦੀ ਤਰੀਕ ਦੇ ਵਿੱਚ LMIA ਪ੍ਰੋਸੈਸਿੰਗ ਨੂੰ ਜਿਹੜਾ ਟਾਈਮ ਲੱਗ ਰਿਹਾ, ਉਹ ਤਕਰੀਬਨ 4.5 ਤੋਂ 5.5 ਮਹੀਨੇ ਲੱਗ ਰਹੇ ਨੇ। ਸੋ ਇੰਨਾ ਚਿਰ ਲੱਗ ਰਿਹਾ ਹੈਗਾ। ਸੋ ਹੁਣ ਟਾਈਮ ਬਹੁਤ ਜ਼ਿਆਦਾ ਉਹਨਾਂ ਸਟੂਡੈਂਟਸ ਵਾਸਤੇ ਨਹੀਂ ਰਹਿ ਗਿਆ ਜਿਨ੍ਹਾਂ ਦਾ ਫਸਟ ਕੁਆਟਰ ਆਫ 2024 ਦੇ ਵਿੱਚ ਐਕਸਪਾਇਰ ਹੋ ਰਿਹਾ ਜਾਂ ਸੈਕੰਡ ਕੁਆਟਰ ਦੇ ਵਿੱਚ ਐਕਸਪਾਇਰ ਹੋ ਰਿਹਾ। ਦੇ ਸ਼ੁੱਡ ਬੀ ਕੰਸਰਨਡ ਨਾਓ। ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਹੈ, ਯੂ ਸ਼ੁੱਡ ਬੀ ਮੂਵਿੰਗ ਔਰ ਆਸਕਿੰਗ ਯੋਰ EMPLOYER ਫॉर ਐਨ LMIA। ਆਪਣੇ EMPLOYER ਨੂੰ ਰਿਕੁਐਸਟ ਕਰੋ ਕਿ ਸਰ, ਮੈਂ ਤੁਹਾਡੇ ਨਾਲ ਪੂਰੀ ਸਿੰਸੀਅਰਿਟੀ ਨਾਲ ਕੰਮ ਕਰ ਰਿਹਾ, ਮੈਡਮ ਮੈਂ ਪੂਰੀ ਸਿੰਸੀਅਰਿਟੀ ਨਾਲ ਕੰਮ ਕਰ ਰਿਹਾ, ਮੈਨੂੰ ਹੈਲਪ ਕਰੋ, ਆਈ ਨੀਡ ਯੋਰ ਹੈਲਪ ਐਟ ਦਿਸ ਮੋਮੈਂਟ। ਸੋ ਕਹਿੰਦੇ ਆ ਵਾਟ ਗੋਜ਼ ਅਰਾਊਂਡ ਕਮਸ ਅਰਾਊਂਡ। ਜੇ ਤੁਸੀਂ ਸਿੰਸੀਅਰਿਟੀ ਨਾਲ ਕੰਮ ਕਰ ਰਹੇ ਹੋ, EMPLOYER ਨੂੰ ਕੋਈ ਹਰਜ਼ ਨਹੀਂ ਹੋਣਾ ਚਾਹੀਦਾ ਤੁਹਾਨੂੰ ਵਰਕ ਪਰਮਿਟ LMIA ਦੀ ਐਕਸਟੈਂਸ਼ਨ ਦੇਣ ਵਾਸਤੇ। ਉਹਦੇ ਨਾਲ 2 ਬੈਨੀਫਿਟ ਹੋਣਗੇ, ਇੱਕ ਤਾਂ ਤੁਹਾਡੀ ਐਕਸਟੈਂਸ਼ਨ 2 ਸਾਲ ਦੀ ਹੋ ਜਾਏਗੀ, ਦੂਸਰਾ ਤੁਹਾਡਾ 50 ਪੁਆਇੰਟ ਦਾ ਤੁਹਾਨੂੰ ਬੈਨੀਫਿਟ ਹੋ ਜਾਏਗਾ। ਐਕਸਪ੍ਰੈਸ ਐਂਟਰੀ ਦੇ ਵਿੱਚ ਤੁਸੀਂ ਰਾਈਟ ਅਵੇ ਪਿਕ ਹੋ ਜਾਏਗੀ ਤੁਹਾਡੀ ਐਪਲੀਕੇਸ਼ਨ। ਸੋ ਆਹ 2 ਐਡਵਾਂਟੇਜਸ ਰਹਿਣਗੇ। ਐਂਡ ਜੇ ਤੁਸੀਂ ਗ੍ਰੇਡ 12 ਕਰਕੇ ਆਏ ਹੋ, ਯੂ ਸ਼ੁੱਡ ਬੀ ਕੰਸਰਨਡ, ਬਿਕੋਜ਼ ਤੁਹਾਨੂੰ ਓਨਟਾਰੀਓ ਛੱਡਣ ਦੇ ਵਿੱਚ
ਐਡਵਾਂਟੇਜ ਹੋਣਾ ਚਾਹੀਦਾ ਹੈ, ਠੀਕ ਹੈ। ਤੁਹਾਨੂੰ ਮੂਵ ਕਰਨ ਦੇ ਵਿੱਚ ਐਡਵਾਂਟੇਜ ਹੋਣਾ ਚਾਹੀਦਾ ਹੈ। ਐਂਡ ਸਿਮਰਤ ਜੀ ਮੈਨੀਟੋਬਾ ਨਾ ਜਾਇਆ ਜਾਏ, ਬਿਕੋਜ਼ ਜਿਹੜੇ ਬੱਚੇ ਨੇ ਓਨਟਾਰੀਓ ਜਾਂ BC ਪੜ੍ਹਾਈ ਕੀਤੀ ਹੈ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਪ੍ਰੋਵਾਈਡ ਕੀਤੀ ਹੈ, ਤੇ ਜੇ ਤੁਸੀਂ ਅੱਜ ਮੈਨੀਟੋਬਾ ਮੂਵ ਹੋਗੇ ਤੁਹਾਡੇ ਸਕੋਰ -200 ਰਾਈਟ ਅਵੇ ਹੋ ਜਾਣਗੇ। ਅੱਛਾ ਐਂਡ ਜੀ। ਜੇ ਮੈਨੀਟੋਬਾ 'ਚ ਪੜ੍ਹਾਈ ਕੀਤੀ ਹੈ, ਇਟ ਇਜ਼ ਐਨ ਐਡਵਾਂਟੇਜ ਫॉर ਯੂ, ਬਿਕੋਜ਼ ਜੇ ਤੁਹਾਡੇ ਕੋਲ EMPLOYER ਤੋਂ ਸਪੋਰਟ ਕਰਦਾ 500 ਪਲੱਸ ਪੁਆਇੰਟਸ ਵੀ ਤੁਹਾਡੇ ਉੱਥੇ ਹੋ ਜਾਂਦੇ ਹੈਗੇ ਨੇ। ਸੋ ਐਂਡ ਜੇ ਗ੍ਰੇਡ 12 ਕਰਕੇ ਓਨਟਾਰੀਓ 'ਚ ਬੈਠੇ ਹੋ, ਮੂਵ ਆਊਟ ਫਰੋਮ ਹੇਅਰ। ਐਂਡ ਅੱਜ ਦੀ ਤਰੀਕ ਦੇ ਵਿੱਚ ਮੂਵ ਕਰਨ ਦੇ ਵਿੱਚ ਇੱਕ ਚੀਜ਼ ਜ਼ਰੂਰ ਸੋਚਿਆ ਜੇ, ਉੱਥੇ ਜਾਣ ਦੀ ਕੋਸ਼ਿਸ਼ ਕਰਿਆ ਜੇ ਜਿੱਥੇ ਕੋਈ ਤੁਹਾਡਾ ਭਾਈ ਭੈਣ, ਕੋਈ ਫਰੈਂਡ, ਕੋਈ ਰਿਸ਼ਤੇਦਾਰ ਤੁਹਾਨੂੰ ਕਹਿੰਦਾ ਕਿ ਮੈਂ ਜੌਬ ਦੇ ਵਿੱਚ ਹੈਲਪ ਕਰ ਸਕਦਾ, ਬਿਕੋਜ਼ ਜੌਬ ਮਾਰਕੀਟ ਇਜ਼ ਨਾਟ ਡੂਇੰਗ ਟੂ ਗੁੱਡ ਐਟ ਦਿਸ ਮੋਮੈਂਟ। ਬਿਲਕੁਲ। ਸੋ ਉਹ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਕਰਨਾ ਹੈਗਾ। ਸੋ ਗ੍ਰੇਡ 12 ਵਾਲੇ ਬੱਚੇ, ਯੂ ਸ਼ੁੱਡ ਬੀ ਥਿੰਕਿੰਗ ਔਨ ਦਿਸ ਸੀਰੀਅਸਲੀ। ਐਂਡ ਜੇ ਕੋਈ ਹੈਲਪ ਚਾਹੀਦੀ ਹੈ, ਇਨਫੋਰਮੇਸ਼ਨ ਚਾਹੀਦੀ ਹੈ, ਸਾਡੇ ਕੋਲ ਵੀ ਕਾਫੀ ਸਾਰੀਆਂ ਓਪਨਿੰਗਸ ਹੈਗੀਆਂ ਜਿੱਥੇ ਤੁਹਾਡੀ ਅਸੀਂ ਇੰਟਰਵਿਊ ਕਰਵਾ ਸਕਦੇ ਹਾਂ। ਐਂਡ ਜੇ EMPLOYER ਤੁਹਾਨੂੰ ਪਿਕ ਕਰਦਾ ਤੇ ਤੁਹਾਨੂੰ ਕੱਲ ਨੂੰ LMIA ਜਾਂ PNP ਵਾਸਤੇ ਹੈਲਪ ਵੀ ਕਰੇਗਾ। ਸੋ ਉਹਦੇ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੈਗੇ ਹੋ। ਅੱਛਾ ਮਨੂ ਜੀ, ਸਟੂਡੈਂਟਸ ਦੀ ਗੱਲ ਹੀ ਚੱਲ ਰਹੀ ਹੈ, ਤੇ ਜਿਹੜੇ ਸਟੂਡੈਂਟ ਚਲੋ ਜਿਹੜੇ ਪੜ੍ਹ ਰਹੇ ਨੇ ਜਾਂ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ, ਹੁਣ ਜਿਹੜੇ ਸਟੂਡੈਂਟ ਇੱਥੇ ਆ ਗਿਆ ਪਰ ਹੁਣ ਪੜ੍ਹਾਈ ਨਹੀਂ ਕਰ ਰਹੇ, ਉਹਨਾਂ ਦੇ ਲਈ ਕੀ ਆਪਸ਼ਨਸ ਨੇ ਤੁਹਾਡੇ ਹਿਸਾਬ ਨਾਲ? ਸਿਮਰਤ ਜੀ, ਉਹਨਾਂ ਨੂੰ ਸੀਰੀਅਸਲੀ ਆਪਣੇ ਕੈਰੀਅਰ ਬਾਰੇ ਹੁਣ ਸੋਚਣਾ ਚਾਹੀਦਾ ਹੈ, ਰਾਦਰ ਦੈਨ ਲਾਸਟ ਮਿੰਟ ਤੱਕ ਸਟੇਟਸ ਤੋਂ ਬਾਹਰ ਨਾ ਹੋਇਆ ਜੇ। ਜਦ ਤੱਕ ਤੁਹਾਡੇ ਕੋਲ ਸਟੇਟਸ ਹੈਗਾ, ਬਹੁਤ ਸਾਰੀਆਂ ਚੀਜ਼ਾਂ ਮੈਨੇਜ ਹੋ ਸਕਦੀਆਂ, ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਕੋਲ ਐਗਜ਼ਿਸਟ ਕਰਦੀਆਂ, ਤੁਹਾਡੇ ਕੋਲ ABC 4 ਆਪਸ਼ਨਸ ਹੋ ਸਕਦੀਆਂ, ਐਗਜ਼ਿਸਟ ਕਰਦੀਆਂ ਹੁਣ। ਸੋ ਉਹਨਾਂ ਵਾਸਤੇ ਇੱਕ ਵਾਰੀ ਸਾਨੂੰ ਆ ਕੇ ਮੁਲਾਕਾਤ ਕਰ ਲਓ, ਤੁਹਾਡੀ ਕੰਸਲਟੇਸ਼ਨ ਐਬਸੋਲੂਟਲੀ ਫ੍ਰੀ ਹੈਗੀ ਹੈ। ਨਹੀਂ ਆ ਸਕਦੇ, ਫੋਨ ਤੇ ਗੱਲਬਾਤ ਕਰ ਲਓ, ਈਮੇਲ ਤੇ ਗੱਲਬਾਤ ਕਰ ਲਓ। ਐਂਡ ਮੈਂ ਕੋਸ਼ਿਸ਼ ਕਰਦਾ ਕਿ ਮੈਂ ਪਰਸਨਲੀ ਤੁਹਾਡੀ ਕੁਐਰੀਜ਼ ਨੂੰ, ਤੁਹਾਡੇ ਕੇਸ ਨੂੰ ਅੰਡਰਸਟੈਂਡ ਕਰਕੇ ਤੁਹਾਨੂੰ ਆਨਸਰ ਦਵਾਂ। ਸਿਮਰਤ ਜੀ, ਇੱਥੇ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ, ਜਿਹੜੇ ਬੱਚੇ ਬੈਚਲਰਸ ਕਰਕੇ ਆਏ ਹੋਏ ਨੇ ਜਾਂ ਮਾਸਟਰਸ ਕਰਕੇ ਆਏ ਹੋਏ ਨੇ, ਹੁਣ ਉਹਨਾਂ ਦਾ ਵੀ ਸਕੋਰ ਕੋਈ 420 ਤੇ 430 ਤੇ 425 ਤੇ 435 ਤੇ ਜਾਂ 450 ਤੇ ਹੈਗਾ। ਸੋ ਉਹਨਾਂ ਸਟੂਡੈਂਟਸ ਵਾਸਤੇ LMIA ਵੁੱਡ ਬੀ ਅ ਗ੍ਰੇਟ ਐਡਵਾਂਟੇਜ। ਉਹਦੇ ਨਾਲ ਉਹਨਾਂ ਨੂੰ ਐਕਸਟੈਂਸ਼ਨਸ ਵੀ ਮਿਲ ਜਾਣਗੀਆਂ ਐਂਡ 50 ਪੁਆਇੰਟਸ ਐਡ ਵੀ ਹੋ ਜਾਣਗੇ। ਸੋ ਉਹਨਾਂ ਨੂੰ ਓਨਟਾਰੀਓ ਛੱਡ ਕੇ ਜਾਣ ਦੀ ਲੋੜ ਨਹੀਂ, ਉਹਨਾਂ ਦੀ ਆਪਸ਼ਨਸ ਵਿਦਿਨ ਕੈਨੇਡਾ, ਵਿਦਿਨ ਓਨਟਾਰੀਓ ਹੀ ਵਰਕਆਊਟ ਹੋ ਸਕਦੀਆਂ, ਵਿਦਿਨ GTA ਵੀ ਆਪਸ਼ਨ ਐਗਜ਼ਿਸਟ ਕਰ ਸਕਦੀਆਂ। ਸੋ ਜੇ ਕੋਈ ਵੀ ਐਪਲੀਕੈਂਟ ਇਹੋ ਜਿਹਾ ਹੈਗਾ ਜਿਨ੍ਹਾਂ ਦੇ ਸਕੋਰ 420, 425, 435 ਜਾਂ 410 ਤੋਂ ਲੈ ਕੇ 450 ਦੇ ਵਿੱਚ ਹੈਗੇ ਨੇ, ਇੱਕ ਵਾਰੀ ਫ੍ਰੀ ਕੰਸਲਟੇਸ਼ਨ ਵਾਸਤੇ ਕਮ ਡਾਊਨ ਐਂਡ ਡਿਸਕਸ ਯੂਰ ਕੇਸ ਇਨ ਪਰਸਨ, ਤਾਂ ਕਿ ਅਸੀਂ ਤੁਹਾਨੂੰ ਸੁਜੈਸਟ ਕਰ ਸਕੀਏ ਵਾਟ ਸ਼ੁੱਡ ਬੀ ਯੋਰ ਬੈਸਟ ਕੋਰਸ ਆਫ ਐਕਸ਼ਨ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਗੁਰੂ, ਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਤੇ ਜਿਨ੍ਹਾਂ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਆਪਸ਼ਨਸ ਨੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਅੱਛਾ ਮਨੂ ਜੀ, ਇਹ ਤਾਂ ਗੱਲ ਹੋ ਗਈ ਸਟੂਡੈਂਟਸ ਦੀ, ਕੋਈ ਹੋਰ ਕੈਟਾਗਰੀ ਜਿਹੜੀ ਤੁਸੀਂ ਸਮਝਦੇ ਹੋ ਕਿ ਕਾਫੀ ਇੰਪੋਰਟੈਂਟ ਹੈ ਤੇ ਉਹਦੇ ਤੇ ਗੱਲ ਕਰਨੀ ਬਣਦੀ ਹੈ? ਸਿਮਰਤ ਜੀ, ਸਾਡੇ ਕੋਲ ਕੁਝ ਇੱਕ ਜੌਬ ਓਪਨਿੰਗਸ ਹੈਗੀਆਂ, ਮੈਂ ਉਹਨਾਂ ਬਾਰੇ ਜ਼ਰੂਰ ਗੱਲ ਕਰਨਾ ਚਾਹਾਂਗਾ। ਸਾਡੇ ਕੋਲ ਓਪਨਿੰਗਸ ਇਸ ਟਾਈਮ ਕਾਰਪੈਂਟਰਸ ਦੀਆਂ ਹੈਗੀਆਂ। ਜੇ ਤੁਹਾਡੇ ਕੋਲ ITI ਜਾਂ ਡਿਪਲੋਮਾ ਕਾਰਪੈਂਟਰੀ ਦੇ ਵਿੱਚ ਕੀਤਾ ਹੋਇਆ, ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਘੱਟੋ ਘੱਟ 2 ਸਾਲ ਦਾ, ਤੇ ਸਾਡੇ ਕੋਲ EMPLOYER ਹੈਗੇ ਨੇ ਹੂ ਇਜ਼ ਲੁਕਿੰਗ ਫॉर ਕਾਰਪੈਂਟਰਸ। ਸੋ ਸੈਲਰੀ ਜਿਹੜੀ ਹੈਗੀ ਹੈ $24 ਤੋਂ ਸ਼ੁਰੂ ਹੋ ਰਹੀ ਹੈਗੀ ਹੈ। ਐਂਡ ਉਹ EMPLOYER ਇਹੋ ਜਿਹੇ ਹੈਗੇ ਨੇ ਜਿਹੜਾ PNP ਦੇ ਵਿੱਚ ਵੀ ਤੁਹਾਨੂੰ ਹੈਲਪ ਕਰਨਗੇ। ਸੋ ਜੇ ਤੁਹਾਡਾ ਆਈਲੈਟ ਦਾ ਸਕੋਰ ਘੱਟ ਹੈਗਾ ਤਾਂ ਵੀ ਤੁਸੀਂ ਉੱਥੇ ਆ ਕੇ ਕੰਮ ਸ਼ੁਰੂ ਕਰ ਸਕਦੇ ਹੋ, ਉਹਨਾਂ ਨਾਲ ਕੰਮ ਕਰਦੇ ਹੋਏ ਉਹ PNP ਵਾਸਤੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਇਸੇ ਤਰ੍ਹਾਂ ਸਾਡੇ ਕੋਲ ਓਪਨਿੰਗ ਡੈਂਟਰਸ, ਪੇਂਟਰਸ ਵਾਸਤੇ ਹੈਗੀਆਂ। ਸੋ ਮਕੈਨਿਕਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ। ਜੇ ਤੁਹਾਡੇ ਕੋਲ ਆਟੋ ਮਕੈਨਿਕਸ ਦਾ ਐਕਸਪੀਰੀਅੰਸ ਹੈਗਾ, ਪੈਟਰੋਲ ਜਾਂ ਡੀਜ਼ਲ ਇੰਜਨ ਦਾ ਐਕਸਪੀਰੀਅੰਸ ਹੈਗਾ, ਨਾਲ ਦੀ ਨਾਲ ਡੈਂਟਿੰਗ ਪੇਂਟਿੰਗ ਦਾ ਐਕਸਪੀਰੀਅੰਸ ਹੈ, ਤੇ ਸਾਡੇ ਕੋਲ ਉਹ ਵੀ LMIAs ਇਸ ਟਾਈਮ ਤੇ ਰੈਡੀ ਹੈਗੇ ਨੇ, ਜਿਹੜਾ EMPLOYER ਤੁਹਾਨੂੰ ਰਾਈਟ ਅਵੇ ਹਾਇਰ ਕਰ ਸਕਦਾ। ਸੋ $26 ਤੋਂ ਆ ਪੋਜੀਸ਼ਨ ਸ਼ੁਰੂ ਹੋ ਰਹੀਆਂ। ਸੋ ਆਪਣੀ ਡਿਟੇਲਸ ਭੇਜੋ, ਤੁਹਾਡੀ ਇੰਟਰਵਿਊ ਕਰਵਾਵਾਂਗੇ। ਇਫ ਇਟ ਗੋਜ਼ ਥਰੂ EMPLOYER, ਤੁਹਾਡਾ LMIA ਪ੍ਰੋਸੈਸ ਕਰਕੇ ਤੁਹਾਡਾ ਨਾਮ ਐਡ ਕਰਕੇ ਤੁਹਾਡਾ ਵਰਕ ਪਰਮਿਟ ਲਗਾ ਸਕਦਾ। ਇਸੇ ਤਰ੍ਹਾਂ ਸਾਡੇ ਕੋਲ ਓਪਨਿੰਗਸ ਇਸ ਟਾਈਮ ਹਸਪਿਟੈਲਿਟੀ ਸੈਕਟਰ ਦੀਆਂ ਹੈਗੀਆਂ। ਸੋ ਹੋਟਲਸ ਦੀਆਂ ਐਂਡ ਰੈਸਟੋਰੈਂਟਸ ਦੀਆਂ ਓਪਨਿੰਗਸ ਹੈਗੀਆਂ। ਹੋਟਲ ਦੇ ਵਿੱਚ ਸਾਡੇ ਕੋਲ ਨਾਈਟ ਆਡੀਟਰਸ, ਨਾਈਟ ਮੈਨੇਜਰਸ ਦੀਆਂ ਓਪਨਿੰਗਸ ਹੈਗੀਆਂ, ਸੁਪਰਵਾਈਜ਼ਰਸ ਦੀਆਂ ਓਪਨਿੰਗਸ ਹੈਗੀਆਂ, ਫਰੰਟ ਡੈਸਕ ਸੁਪਰਵਾਈਜ਼ਰਸ ਦੀਆਂ ਓਪਨਿੰਗਸ ਹੈਗੀਆਂ, ਰੈਸਟੋਰੈਂਟ ਸੁਪਰਵਾਈਜ਼ਰਸ ਦੀਆਂ ਓਪਨਿੰਗਸ ਹੈਗੀਆਂ, ਫੂਡ ਐਂਡ ਸਰਵਿਸ ਬੀਵਰੇਜ ਮੈਨੇਜਰਸ ਦੀਆਂ ਓਪਨਿੰਗਸ ਹੈਗੀਆਂ, ਐਂਡ ਅਸਿਸਟੈਂਟ ਕੁੱਕ, ਲਾਈਨ ਕੁੱਕ, ਪ੍ਰੈਪ ਕੁੱਕਸ ਦੀਆਂ ਸਾਡੇ ਕੋਲ ਓਪਨਿੰਗਸ ਹੈਗੀਆਂ। ਸੋ ਜੇ ਤੁਹਾਡਾ ਐਕਸਪੀਰੀਅੰਸ ਇਹੋ ਜਿਹਾ ਹੈਗਾ ਹਸਪਿਟੈਲਿਟੀ ਸੈਕਟਰ ਦਾ, ਤੇ ਵੀ ਹੈਵ ਓਪਨਿੰਗਸ ਜਿੱਥੇ EMPLOYER ਸਾਨੂੰ ਹੂ ਆਰ ਲੁਕਿੰਗ ਫॉर ਸੱਚ ਪੋਜੀਸ਼ਨਸ। ਸੋ ਈਵਨ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ ਜਾਂ ਬਾਹਰ ਵੀ ਬੈਠੇ ਹੈਗੇ ਹੋ ਕਿਤੇ ਵੀ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਮਿਡਲ ਈਸਟ ਦੇ ਵਿੱਚ ਜਾਂ ਯੂਰਪ ਦੇ ਵਿੱਚ, ਤੇ ਇਹਨਾਂ ਪੋਸਟਿੰਗਸ ਵਾਸਤੇ, ਇਹਨਾਂ ਜੌਬ ਓਪਨਿੰਗਸ ਵਾਸਤੇ ਸਾਨੂੰ ਸੰਪਰਕ ਕਰ ਸਕਦੇ ਹੋ, ਆਪਣਾ CV ਭੇਜ ਸਕਦੇ ਹੋ। ਸਾਡਾ ਈਮੇਲ ID ਹੈਗਾ info@iccimmigration.ca, ਫੋਨ ਨੰਬਰ 90546
94612424, WhatsApp ਨੰਬਰ 6478509000। ਐਂਡ ਜੇ ਤੁਸੀਂ ਵਿਦ ਇਨ ਕੈਨੇਡਾ ਹੈਗੇ ਹੋ, ਕਿਸੇ ਵੀ ਪ੍ਰੋਵਿੰਸ ਬੈਠੇ ਹੋ, ਲੁਕਿੰਗ ਫॉर ਆਪਸ਼ਨਸ ਐਂਡ ਹੈਲਪ ਕਿ ਤੁਹਾਡਾ PNP ਹੈ, LMIA ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੁਆਲੀਫਾਈ ਕਰ ਸਕਦੇ ਹੋ, EMPLOYER ਤੁਹਾਨੂੰ ਹੈਲਪ ਕਰਨ ਵਾਸਤੇ ਤਿਆਰ ਹੈ ਤੇ ਵੀ ਕੈਨ ਪ੍ਰੋਫੈਸ਼ਨਲੀ ਅਸਿਸਟ ਯੂ। ਐਂਡ ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ, ਲੁਕਿੰਗ ਫॉर EMPLOYEES ਜਾਂ ਲੇਬਰ, ਤੁਹਾਨੂੰ ਸਕਿੱਲ ਟ੍ਰੇਡ ਦੀਆਂ ਕੁਝ ਚਾਹੀਦੀਆਂ, ਵੈਲਡਰਸ ਚਾਹੀਦੇ ਨੇ, ਮਸ਼ੀਨਿਸਟ ਚਾਹੀਦੇ ਨੇ, ਤਾਂ ਵੀ ਤੁਹਾਨੂੰ ਸੰਪਰਕ ਕਰ ਸਕਦੇ ਹੋ, ਬਿਕੋਜ਼ ਸਾਡੇ ਕੋਲ ਡਾਟਾਬੇਸ ਹੁੰਦਾ, ਅਸੀਂ ਤੁਹਾਨੂੰ ਇੰਟਰਵਿਊਜ਼ ਵਾਸਤੇ ਕੈਂਡੀਡੇਟਸ ਭੇਜ ਸਕਦੇ ਹਾਂ ਜੀ। ਬਿਲਕੁਲ ਜੀ ਮਨੂ ਜੀ, ਅੱਜ ਸਟੂਡੀਓ ਵਿੱਚ ਹਾਜ਼ਰ ਹੋਣ ਲਈ ਤੇ ਇਮੀਗ੍ਰੇਸ਼ਨ ਸੰਬੰਧੀ ਸਾਰੀਆਂ ਟਿਪਸ ਸਾਂਝੀਆਂ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਿਮਰਤ ਜੀ, ਸ਼ੁਕਰੀਆ। ਇਹ ਸੀ ਅੱਜ ਦਾ ਇਮੀਗ੍ਰੇਸ਼ਨ ਗੁਰੂ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।